ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਚ ਮੈਂ ਹਾਂ ਨਵਜੀਤ। ਹਰ ਰੋਜ਼ ਦੀ ਤਰ੍ਹਾਂ ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਰਚਾ ਕਰਨ ਲਈ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਮੇਰੇ ਨਾਲ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ, ਫਿਰ ਕਰਦੇ ਖਬਰਾਂ ਤੇ ਚਰਚਾ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਨਵਜੀਤ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਈਡੀ ਨੇ ਕਾਰਵਾਈ ਕੀਤੀ ਹੈ, ਈਡੀ ਨੇ ਪੁੱਛ ਪੜਤਾਲ ਕੀਤੀ ਹੈ ਕਾਂਗਰਸ ਦੇ ਸੀਨੀਅਰ ਲੀਡਰ ਮਲਿਕਾਰਜੁਨ ਖੜਗੇ ਦੇ ਕੋਲੋਂ। ਅੱਜ ਪਵਨ ਬਾਂਸਲ ਦੇ ਕੋਲ ਵੀ ਪੁੱਛ ਪੜਤਾਲ ਹੋ ਰਹੀ ਹੈ। ਇਹ ਜਿਸ ਹਿਸਾਬ ਨਾਲ ਕੰਮ ਤੁਰ ਪਿਆ, ਕੋਈ ਹੋਰ ਵੀ ਲੀਡਰ ਆ ਸਕਦੇ ਆ ਅੱਗੇ ਜਾਂ ਫਿਰ ਨਹੀਂ? ਕੋਈ ਹੋਰ ਵੀ ਲੀਡਰ ਆ ਸਕਦੇ ਨਹੀਂ। ਤੁਸੀਂ ਇਹ ਪੁੱਛੋ ਕਿ ਕਾਂਗਰਸ ਹਾਈ ਕਮਾਂਡ ਦਾ ਕੋਈ ਲੀਡਰ ਇਹ 'ਚੋਂ ਬਚ ਵੀ ਸਕਦਾ ਕਿ ਨਹੀਂ ਜੀ। 1933 34 35 ਦੇ ਨੇੜੇ ਕਾਂਗਰਸ ਪਾਰਟੀ ਨੇ ਇਹ ਸੋਚ ਕੇ ਇੱਕ ਸੁਸਾਇਟੀ ਬਣਾਈ ਕਿ ਅਸੀਂ ਇੱਕ ਅਖਬਾਰ ਕੱਢਣਾ ਜਿਹੜਾ ਸਾਰੇ ਦੇਸ਼ ਵਿੱਚ ਚੱਲੂਗਾ, ਅੱਡ ਅੱਡ ਰਾਜਾਂ 'ਚ ਚਲਾਵਾਂਗੇ। ਚਲਾਉਂਦੇ ਵੀ ਰਹੇ। ਇੰਦਰਾ ਗਾਂਧੀ ਦੇ ਵਕਤ ਤੱਕ ਜਾਂਦਿਆਂ ਜਾਂਦਿਆਂ ਦੂਜੇ ਅਖਬਾਰ ਵੱਡੇ ਹੋ ਗਏ। ਉਹ ਅਖਬਾਰ ਨੈਸ਼ਨਲ ਹੈਰਲਡ ਛੋਟਾ ਹੁੰਦਾ ਗਿਆ। ਫਿਰ ਇੱਕ ਪੜਾਅ ਆਇਆ ਜਦੋਂ ਕਾਂਗਰਸ ਦਾ ਦਬਦਬਾ ਸੀਗਾ, ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਪਰ ਚਲਾਉਂਦੀ ਸੀ ਸੋਨੀਆ ਗਾਂਧੀ। ਇਹਨਾਂ ਨੇ ਹਰਿਆਣੇ ਦੀ ਸਰਕਾਰ ਤੋਂ ਵੀ ਪਲਾਟ ਲੈ ਲਿਆ। ਉਹ ਪਲਾਟ ਪਹਿਲਾਂ ਵੀ ਲਿਆ ਸੀ, ਰੱਦ ਹੋਇਆ ਸੀ, ਫਿਰ ਪਲਾਟ ਲਿਆ। ਉਹਦੇ 'ਚ ਮੋਟਾ ਮੁਨਾਫਾ ਸੀ। ਇੱਕ ਇਹਨਾਂ ਨੇ ਸੁਸਾਇਟੀ ਬਣਾ ਲਈ, ਯੰਗ ਇੰਡੀਅਨ ਸੁਸਾਇਟੀ। ਇਹ ਕਹਿ ਕੇ ਬਣਾ ਲਈ ਕਿ ਅਖਬਾਰ ਨੂੰ ਹੁਣ ਇਹ ਚਲਾਇਆ ਕਰੇਗੀ। ਉਹ 'ਚ ਸਾਰੇ ਜੀ ਘਰ ਦੇ, ਕੁਝ ਤਾਂ ਸੋਨੀਆ ਗਾਂਧੀ, ਉਹਦਾ ਪੁੱਤਰ, ਧੀ, ਕੁਝ ਇਹ ਲੀਡਰ ਮਲਿਕਾਰਜੁਨ ਖੜਗੇ ਵਰਗੇ ਵੱਡੇ ਵੱਡੇ ਲੀਡਰ 5-4 ਪਾਲੇ। ਪੈਸਾ ਸਾਰਾ ਉਧਰ ਟ੍ਰਾਂਸਫਰ ਕਰ ਦਿੱਤਾ ਗਿਆ। ਔਰ ਪੈਸਾ ਕੋਈ 5-7-10 ਲੱਖ ਨਹੀਂ, 2-4 ਕਰੋੜ ਨਹੀਂ, ਕਈ ਸੌ ਕਰੋੜ ਦਾ ਮਾਮਲਾ, 300-400-500 ਕਰੋੜ ਦਾ। ਬੀਜੇਪੀ ਦਾ ਇੱਕ ਲੀਡਰ ਆ ਸੁਬਰਾਮਨੀਅਮ ਸਵਾਮੀ। ਅਸਲ ਵਿੱਚ ਉਹ ਕਿਸੇ ਦਾ ਵੀ ਲੀਡਰ ਨਹੀਂ ਜੀ। ਉਹ ਆਪ ਮਤੀਆ। ਲੋੜ ਪਵੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਿਫਤਾਂ ਕਰ ਦਿੰਦਾ, ਲੋੜ ਪਵੇ ਉਹਦੇ ਖਿਲਾਫ ਬੋਲ ਦਿੰਦਾ। ਵਾਜਪਾਈ ਦੇ ਨਾਲ ਵੀ ਰਿਹਾ, ਵਾਜਪਾਈ ਦੇ ਖਿਲਾਫ ਵੀ ਹੋਇਆ। ਉਹ ਆਪ ਮਤੀਆ ਕਿਸਮ ਦਾ। ਉਹਨੇ ਇੰਦਰਾ ਗਾਂਧੀ ਜਦੋਂ ਪੂਰੀ ਚੜ੍ਹਤ ਵਿੱਚ ਹੁੰਦੀ ਸੀ ਤੇ ਐਮਰਜੈਂਸੀ ਲਾਈ ਸੀ, ਉਸ ਵਕਤ ਤੋਂ ਨਹਿਰੂ ਗਾਂਧੀ ਪਰਿਵਾਰ ਨਾਲ ਵੀ ਆਡਾ ਲਾ ਰੱਖਿਆ। ਹੁਣ ਵੀ ਇਹ ਕੇਸ ਉਹਦਾ ਚਲਾਇਆ ਚੱਲਿਆ। ਉਹ ਜਿਹੜਾ ਕੇਸ ਚੱਲਦਾ ਪਿਆ ਉਹਦੇ 'ਚ ਹੁਣ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਪੁੱਛ ਪੜਤਾਲ ਕਰਨੀ ਸ਼ੁਰੂ ਕਰਤੀ ਹੈ। ਕੱਲ੍ਹ ਕਾਂਗਰਸ ਪਾਰਟੀ ਦੇ ਬਹੁਤ ਸੀਨੀਅਰ ਲੀਡਰ ਮਲਿਕਾਰਜੁਨ ਖੜਗੇ, ਜਿਹੜਾ ਲੋਕ ਸਭਾ ਵਿੱਚ ਵੀ ਲੀਡਰ ਰਹਿ ਚੁੱਕਾ, 2014 ਦੀਆਂ ਚੋਣਾਂ ਤੋਂ ਬਾਅਦ ਪਾਰਟੀ ਦਾ ਲੋਕ ਸਭਾ 'ਚ ਲੀਡਰ ਉਹ ਸੀ ਤੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਸੀ। ਰਾਜ ਸਭਾ 'ਚ ਵੀ ਮਨਮੋਹਨ ਸਿੰਘ ਦੀ ਸਰਕਾਰ 'ਚ ਮੰਤਰੀ ਰਹਿ ਚੁੱਕਾ। ਕੱਲ੍ਹ ਕਾਫੀ ਲੰਮਾ ਸਮਾਂ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਉਹਦੀ ਪੁੱਛਗਿੱਛ ਕੀਤੀ। ਉਸ ਪੁੱਛ ਪੜਤਾਲ ਤੋਂ ਬਾਅਦ ਅੱਜ ਚੰਡੀਗੜ੍ਹ ਵਾਲੇ ਪਵਨ ਬਾਂਸਲ ਨੂੰ ਕਹਦੇ ਸੱਦ ਲਿਆ। ਔਰ ਇਹ ਜਿੰਨਾ ਮਰਜ਼ੀ ਬਚਦੇ ਰਹਿਣ, ਇਸ ਕੇਸ ਦੀ ਪੈੜ ਚਲਦੀ ਸੋਨੀਆ ਗਾਂਧੀ, ਉਹਦੇ ਪੁੱਤਰ ਤੇ ਉਹਦੀ ਧੀ ਤੱਕ ਆ ਸਕਦੀ ਆ। ਜਿੱਦਾਂ ਦੇ ਇਹਨਾਂ ਨੇ ਘਾਲਾ ਮਲੇ ਜੇ ਕੀਤੇ ਆ, ਪੈਸਾ ਇੱਧਰ ਉੱਧਰ ਖਸਕਾ ਕੇ ਆਪੋ ਵਿੱਚ ਸ਼ੀਰਨੀਆਂ ਜਿਹੜੀਆਂ ਨੇ ਅੰਨੇ ਵਾਂਗ ਵੰਡੀਆਂ ਨੇ, ਉਹਦਾ ਰੌਲਾ ਬਹੁਤ ਪੈ ਚੁੱਕਾ। ਸਬੂਤ ਕੋਈ ਲੱਭਦੇ ਨਹੀਂ ਕਿ ਪੈਸਾ ਕਿਹੜੇ ਜਾਇਜ਼ ਥਾਂ 'ਤੇ ਖਰਚਿਆ ਗਿਆ। ਜਿਹੜੀ ਸੁਸਾਇਟੀ ਬਣਾਈ ਗਈ ਗਲਤ ਬਣਾਈ ਗਈ। ਉਹ ਕਹਿੰਦੇ ਜੀ ਕਾਂਗਰਸ ਪਾਰਟੀ ਦਾ ਅਖਬਾਰ ਸੀ, ਕਾਂਗਰਸ ਪਾਰਟੀ ਦੇ ਲੋਕਾਂ ਦੀ ਸੁਸਾਇਟੀ, ਇੱਧਰੋਂ ਉੱਧਰ ਪੈਸਾ ਟ੍ਰਾਂਸਫਰ ਕਰਤਾ। ਸਵਾਲ ਇਹੋ ਹੀ ਆ ਕਿ ਕੀ ਕਾਂਗਰਸ ਪਾਰਟੀ ਦਾ ਪੈਸਾ ਇੱਕ ਇਹੋ ਜਿਹੇ ਟਰਸਟ ਨੂੰ ਟ੍ਰਾਂਸਫਰ ਕੀਤਾ ਜਾ ਸਕਦਾ ਜਿਹੜਾ ਟਰਸਟ ਬਕਾਇਦਾ ਤੌਰ 'ਤੇ ਕਾਂਗਰਸ ਦਾ ਨਹੀਂਗਾ? ਉਹ ਇੱਕ ਕਿਸਮ ਦਾ ਨਿੱਜੀ ਟਰਸਟ ਬਣ ਜਾਂਦਾ, ਕਿਉਂਕਿ ਪਰਿਵਾਰ ਦੇ ਲੋਕ ਆ ਅਤੇ ਦੂਸਰੇ ਲੋਕ ਆ। ਇਹ ਉਲਝਣ ਇਸ ਤਰ੍ਹਾਂ ਦੀ ਆ ਕਿ ਜਿਹਦੇ 'ਚੋਂ ਮੈਂ ਸਮਝਦਾ ਕਿ ਅਵਲ ਤਾਂ ਇਹ ਨਹਿਰੂ ਗਾਂਧੀ ਪਰਿਵਾਰ ਨਿਕਲ ਨਹੀਂ ਸਕਣਾ। ਜੇ ਨਿਕਲ ਗਿਆ ਤੇ ਇੰਨੇ ਪਸੀਨੇ ਆ ਜਾਣਗੇ ਵੀ ਅਗਲੀਆਂ ਚੋਣਾਂ ਤੋਂ ਪਹਿਲਾਂ ਇਹਨਾਂ ਨੂੰ ਅਦਾਲਤਾਂ ਦੇ ਚੱਕਰ ਇੰਨੇ ਲਾਉਣੇ ਪੈਣਗੇ ਕਿ ਬਾਕੀ ਦਾ ਕੰਮ ਇਹਨਾਂ ਵਾਸਤੇ ਔਖਾ ਹੋ ਜਾਣਾ। ਐਨਫੋਰਸਮੈਂਟ ਦੀ ਕੜਿੱਕੀ ਇਸ ਵਾਰੀ ਕੋਈ ਥੋੜ੍ਹੀ ਜਿਹੀ ਵੱਡੀ ਔਰ ਸਿੱਧੇ ਤੌਰ 'ਤੇ ਉਸ ਥਾਂ ਜਿੱਥੇ ਉਹ ਪਾਉਣਾ ਚਾਹੁੰਦੇ ਸੀ। ਕੁੰਡੀਆਂ ਲੱਗਦਾ ਪੈ ਗਈਆਂ। ਪੰਨੂ ਸਾਹਿਬ, ਅਗਲੀ ਖਬਰ ਵੱਧਦੇ ਹਾਂ। ਯੂਪੀ ਵਿੱਚ ਪੰਨੂ ਸਾਹਿਬ ਵਿਧਾਨ ਪਰਿਸ਼ਦ ਦੀਆਂ ਚੋਣਾਂ ਹੋਈਆਂ, ਬਹੁਤ ਸਾਰੀਆਂ ਥਾਵਾਂ 'ਤੇ ਭਾਜਪਾ ਜਿੱਤੀ ਹੈ
3 ਸੀਟਾਂ ਤੇ ਆਜ਼ਾਦ ਉਮੀਦਵਾਰ ਜਿੱਤ ਗਿਆ। ਇਹ ਕੀ ਹੋ ਗਿਆ? ਉਧਰ ਜੋਗੀ ਆਦਿੱਤਿਆਨਾਥ ਬੜੀਆਂ ਤਾੜੀਆਂ ਮਾਰਦੇ ਆ, ਚਲੋ ਸਾਡੀ ਜਿੱਤ ਪੱਕੀ ਹੋ ਗਈ ਹੈ, ਪਰ ਮਾਮਲਾ ਕੀ ਹੈ 3 ਥਾਂ ਤੇ ਜਿੱਤਣ ਦਾ? ਯੋਗੀ ਆਦਿੱਤਿਆਨਾਥ ਬਹੁਤ ਗ੍ਰੇਟ ਆਦਮੀ ਆ। ਉਹ ਤਾਂ ਇਹ ਵੀ ਕਹਿੰਦਾ ਕਿ ਮੈਂ ਉੱਤਰ ਪ੍ਰਦੇਸ਼ ਚੋਂ ਗੈਂਗਸਟਰਿਜ਼ਮ ਖਤਮ ਕਰਤਾ। ਜਿਹੜਾ ਗੈਂਗਸਟਰ ਸਿਰ ਚੁੱਕਦਾ ਉਹਦੇ ਘਰ ਤੇ ਬਲਡੋਜ਼ਰ ਫੇਰ ਦਿੰਦਾ। ਪਤਾ ਨਹੀਂ ਇਹ ਬਲਡੋਜ਼ਰ ਫੇਰਨ ਦੀ ਕਾਰਵਾਈ ਰਾਤੋਂ ਰਾਤ ਉਹਨਾਂ ਨੂੰ ਕਿਹੜੇ ਮੈਜਿਸਟ੍ਰੇਟ ਤੋਂ ਆਰਡਰ ਮਿਲ ਜਾਂਦੇ ਆ। ਇਹ ਰਾਜੇ ਦਾ ਰਾਜ ਆ ਕਿ ਜਾਓ ਫਲਾਣੇ ਦਾ ਘਰ ਢਾਹ ਦਿਓ। ਡੈਮੋਕ੍ਰੇਸੀ ਹੈ, ਕਾਨੂੰਨ ਦਾ ਰਾਜ ਆ। ਕਿਸੇ ਦੇ ਖਿਲਾਫ ਕਾਨੂੰਨੀ ਕਾਰਵਾਈ ਤੋਂ ਬਾਅਦ ਅਦਾਲਤ ਤੋਂ ਆਰਡਰ ਲਓ। ਘਰ ਗਲਤ ਬਣਿਆ ਕਿ ਠੀਕ ਬਣਿਆ, ਜਿਹੜਾ ਘਰ ਕੱਲ੍ਹ ਤੱਕ ਠੀਕ ਸੀ, ਇੱਕ ਬੰਦਾ ਅੱਜ ਅੱਗੇ ਬੋਲ ਪਿਆ ਤੇ ਭੜ ਕੇ ਰਾਤੋਂ ਰਾਤ ਹੀ ਉਹਦਾ ਘਰ ਢਾਉਣ ਵਾਸਤੇ ਬਲਡੋਜ਼ਰ ਭੇਜ ਦਿਓ। ਇਹਦਾ ਮਤਲਬ ਇਹ ਆ ਕਿ ਕਾਨੂੰਨ ਵਾਲੀ ਗੱਲ ਹੀ ਕੋਈ ਨਹੀਂ। ਪਰ ਸ਼ੇਰ ਨੂੰ ਸਵਾ ਸ਼ੇਰ ਹਰ ਥਾਂ ਤੇ ਵੱਜ ਜਾਂਦਾ। ਹੁਣ ਉੱਥੇ ਹੋਈਆਂ ਨੇ ਜਿਹੜੀ ਉਹਨਾਂ ਦੇ ਲੈਜਿਸਲੇਟਿਵ ਕੌਂਸਲ ਹੈ, ਉਹਦੀਆਂ ਚੋਣਾਂ 36 ਸੀਟਾਂ ਦੀਆਂ। ਕੌਂਸਲ ਕਾਫੀ ਵੱਡੀ ਹੈ। ਹੁਣ ਹੁੰਦਾ ਕੀ ਹੈ, ਸਾਡੇ ਪੰਜਾਬ ਦੇ ਵਿੱਚ ਇਕੱਲੀ ਅਸੈਂਬਲੀ ਹੈ, ਵਿਧਾਨ ਸਭਾ। ਕੁਝ ਸੂਬੇ ਇਹੋ ਜਿਹੇ ਆ ਜਿੱਥੇ 2-2 ਹਾਊਸ ਨੇ, ਜਿੱਦਾਂ ਸਾਡੀ ਪਾਰਲੀਮੈਂਟ 'ਚ ਲੋਕ ਸਭਾ ਤੇ ਰਾਜ ਸਭਾ। ਉੱਥੇ ਇੱਕ ਵਿਧਾਨ ਸਭਾ ਹੁੰਦੀ ਹੈ, ਇੱਕ ਵਿਧਾਨ ਪਰਿਸ਼ਦ ਹੁੰਦੀ ਹੈ ਜੀ। ਵਿਧਾਨ ਸਭਾ ਦੇ ਪਾਸ ਕੀਤੇ ਬਿੱਲ ਮੁੜ ਕੇ ਵਿਧਾਨ ਪਰਿਸ਼ਦ ਵਿੱਚ ਜਾਂਦੇ, ਉਹ ਛੋਟੀ ਹੁੰਦੀ ਹੈ। ਵਿਧਾਨ ਸਭਾ ਜਿੱਦਾਂ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਹੈ, ਸਿੱਧੀ ਲੋਕਾਂ ਤੋਂ ਚੁਣੀ ਜਾਂਦੀ ਹੈ, ਉਸ ਰਾਜ ਦੇ ਲੋਕ ਚੁਣਦੇ ਆ। ਜਿਹੜੀ ਵਿਧਾਨ ਪਰਿਸ਼ਦ ਆ, ਉਹਦੇ 'ਚ ਕੁਝ ਸੀਟਾਂ ਹੁੰਦੀਆਂ ਜਿਹੜੀਆਂ ਟੀਚਰਾਂ 'ਚੋਂ ਚੁਣੇ ਜਾਣੇ, ਕੁਝ ਹੁੰਦੇ ਆ ਜਿਹੜਾ ਜ਼ਿਲ੍ਹਾ ਪਰਿਸ਼ਦ ਮੈਂਬਰਾਂ 'ਚੋਂ ਚੁਣੇ ਜਾਣੇ, ਕੁਝ ਹੁੰਦੇ ਆ ਨਗਰ ਪਾਲਿਕਾਵਾਂ ਨਗਰ ਕੌਂਸਲਾਂ 'ਚ ਚੁਣੇ ਜਾਣੇ। ਇਸ ਤਰ੍ਹਾਂ ਦੀਆਂ ਸੀਟਾਂ ਵੋਟਾਂ ਹੁੰਦੀਆਂ। ਇਸ ਵਾਰੀ 36 ਸੀਟਾਂ ਦੀ ਚੋਣ ਹੋਈ ਹੈ। ਯੋਗੀ ਆਦਿੱਤਿਆਨਾਥ ਦਾ ਦਬਦਬਾ ਕਿ 33 ਸੀਟਾਂ ਉਹ ਜਿੱਤ ਗਏ। 9 ਤਾਂ ਉਹਨਾਂ ਨੇ ਬਿਨਾਂ ਮੁਕਾਬਲਾ ਜਿੱਤ ਲਈਆਂ ਸੀ, 24 ਹੁਣ ਜਿੱਤ ਲਈਆਂ। ਪਰ ਜਿਹੜੀਆਂ ਬਾਕੀ ਦੀਆਂ 3 ਹੈ, ਇਹਨਾਂ ਨੇ ਸਾਰੀ ਕੀਤੀ ਕਤਰੀ ਖੂਚ ਪਾਤੀ। ਇੱਕ ਤਾਂ ਕੁੰਡਾ ਦੀ ਰਿਆਸਤ ਆ ਉੱਥੇ ਛੋਟੀ ਜੀ, ਉਹਦਾ ਮੁਖੀਆ ਪੁਰਾਣਾ, ਅਸਲ 'ਚ ਰਾਜੇ ਦਾ ਪੁੱਤ ਜਿਹੜਾ, ਉਹਨੂੰ ਸਾਰੇ ਰਾਜਾ ਭਈਆ ਕਹਿੰਦੇ ਆ। ਉਹ ਸਮਾਜਵਾਦੀ ਪਾਰਟੀ 'ਚ ਵੀ ਮੰਤਰੀ ਰਹਿ ਚੁੱਕਾ, ਮਾਇਆਵਤੀ ਨਾਲ ਬਹੁਜਨ ਸਮਾਜ ਪਾਰਟੀ 'ਚ ਵੀ ਮੰਤਰੀ ਰਹਿ ਚੁੱਕਾ, ਔਰ ਬੀਬੀ ਮਾਇਆਵਤੀ ਨੇ ਇੱਕ ਵਾਰੀ ਉਹਦਾ ਘਰ ਵੀ ਸਭ ਢਵਾ ਦਿੱਤਾ ਸੀ ਜੀ। ਬਾਹੂਬਲੀ ਉਹ ਗਿਣਿਆ ਜਾਂਦਾ, ਪਰਵਾਹ ਕਿਸੇ ਦੀ ਕਰਦਾ ਨਹੀਂ। ਆਪਣੇ ਇਲਾਕੇ 'ਚੋਂ ਕਹਿੰਦਾ ਜੀ ਕਾਨੂੰਨ ਮੇਰਾ ਹੀ ਚੱਲੋ। ਉਹਨੇ ਜਿਹੜੀ ਸੀਟ ਪ੍ਰਤਾਪਗੜ੍ਹ ਉਹਦੇ ਨੇੜੇ ਆ, ਉਹ ਸੀਟ 'ਤੇ ਆਪਣਾ ਬੰਦਾ ਖੜਾ ਕੀਤਾ ਸੀ, ਹਿੱਕ ਦੇ ਜ਼ੋਰ ਨਾਲ ਉਹਨੇ ਜਿਤਾ ਲਿਆ, ਬੀਜੇਪੀ ਹਾਰ ਗਈ। ਦੂਸਰੀ ਇੱਕ ਸੀਟ ਹੋ ਰਿਹਾ ਆਜਮਗੜ੍ਹ, ਉੱਥੇ ਵੀ ਉਹਦੀ ਪਾਰਟੀ ਦਾ ਬੰਦਾ ਜਿੱਤ ਗਿਆ, 2 ਉਹਨੇ ਜਿਤਾ ਲਏ। ਤੀਸਰੀ ਜਿੱਥੇ ਜਾ ਕੇ ਸਭ ਤੋਂ ਜ਼ਿਆਦਾ ਬੇਇੱਜ਼ਤੀ ਯੋਗੀ ਆਦਿੱਤਿਆਨਾਥ ਦੀ ਵੀ ਹੋਈ ਹੈ ਅਤੇ ਭਾਜਪਾ ਦੀ ਵੀ, ਉਹ ਨੋਟ ਕਰਨ ਵਾਲੀ ਹੈ। ਵਾਰਾਣਸੀ ਪਾਰਲੀਮੈਂਟਰੀ ਹਲਕਾ, ਜਿੱਥੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਤ ਕੇ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਨੇ ਜੀ, ਪਾਰਲੀਮੈਂਟ ਮੈਂਬਰ ਉੱਥੋਂ ਬਣਦੇ ਨੇ। ਜਿਹੜੀ ਵਾਰਾਣਸੀ ਦੀ ਸੀਟ ਹੈ, ਬਨਾਰਸ ਦੀ, ਜਿਹਨੂੰ ਕਾਸ਼ੀ ਕਹਿੰਦੇ, ਉਹ ਸੀਟ ਦੇ ਉੱਤੇ ਬੀਜੇਪੀ ਦੀ ਬਹੁਤ ਜ਼ਬਰਦਸਤ ਹਾਰ ਹੋਈ ਹੈ। ਇਹ ਕਹਿੰਦੇ ਅਸੀਂ ਮਾਫੀਆ ਖਤਮ ਕਰਤੇ। ਉੱਥੇ ਬਰਜੇਸ਼ ਸਿੰਘ ਹੈ, ਬਰਜੇਸ਼ ਸਿੰਘ ਨੂੰ ਸਾਰੇ ਜਾਣਦੇ ਕੋਈ ਮਾਫੀਆ। 2016 'ਚ ਉਹਨੇ ਚੋਣ ਲੜੀ, ਬੀਜੇਪੀ ਨੇ ਉਹਦੇ ਮੁਕਾਬਲੇ ਬੰਦਾ ਨਹੀਂ ਸੀ ਖੜਾ ਕੀਤਾ। ਹਾਲਾਂਕਿ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣ ਚੁੱਕੇ ਸੀ। ਇਹ ਸਮਝਦੇ ਸੀ ਇਸ ਬੰਦੇ ਦੀ ਕੱਲ੍ਹ ਨੂੰ ਵਿਧਾਨ ਸਭਾ ਚੋਣਾਂ 'ਚ ਲੋੜ ਪੈਣੀ, ਦਾ ਕੋਈ ਵਿਰੋਧ ਨਹੀਂ ਕੀਤਾ। 2017 'ਚ ਬੀਜੇਪੀ ਦੀ ਸਰਕਾਰ ਬਣ ਗਈ, ਉਹ ਬੀਜੇਪੀ ਨਾਲ ਮਿਲ ਕੇ ਚੱਲਦਾ ਰਿਹਾ। 2019 ਦੀਆਂ ਪਾਰਲੀਮੈਂਟ ਚੋਣਾਂ 'ਚ ਵੀ ਮਿਲ ਕੇ ਚੱਲਿਆ। ਹੁਣ ਵਾਲੀਆਂ ਚੋਣਾਂ 'ਚ ਵੀ ਉਹਨੇ ਕੋਈ ਵਿਰੋਧ ਨਹੀਂ ਕੀਤਾ। ਜਦੋਂ ਵਿਧਾਨ ਪਰਿਸ਼ਦ ਦੀ ਚੋਣ ਆਈ, ਉਹਨੇ ਆਖਿਆ ਮੇਰੀ ਘਰ ਵਾਲੀ ਚੋਣ ਲੜੂਗੀ ਅੰਨਾਪੂਰਨਾ। ਇਹਨਾਂ ਨੇ ਆਖਿਆ ਇਹ ਟਿਕਟ ਨਹੀਂ ਦੇਣੀ। ਉਹ ਕਹਿੰਦਾ ਨਹੀਂ ਦੇਣੀ, ਫਿਰ ਕੀ ਹੋ ਗਿਆ, 24 ਸਾਲ ਹੈਗੇ ਆ, ਕਦੇ ਮੈਂ ਜਿੱਦਾਂ, ਕਦੇ ਮੇਰਾ ਭਰਾ ਜਿੱਦਾਂ, ਕਦੇ ਮੇਰੀ ਪਤਨੀ ਜਿੱਦੀ, ਇਹ ਸੀਟ ਸਾਡੀ ਆ, ਇਹਦੀ ਝਾਕ ਨਾ ਰੱਖਿਓ। ਇਹਨਾਂ ਨੇ ਆਖਿਆ ਤੈਨੂੰ ਪਤਾ ਹੀ ਨਹੀਂ ਫਿਰ ਸਾਡਾ ਦਬਦਬਾ ਕਿੰਨਾ, ਭਾਜਪਾ। ਇਹਨਾਂ ਉਹਦੀ ਪਤਨੀ ਅੰਨਾਪੂਰਨਾ ਦੇ ਮੁਕਾਬਲੇ ਡਾਕਟਰ ਸੁਦਾਮਾ ਖੜਾ ਕਰਤਾ ਬੀਜੇਪੀ ਵੱਲੋਂ। ਹੋਇਆ ਕੀ ਆ ਕਿ 4900 ਵੋਟਾਂ ਨੇ, 4949, ਉਹਦੇ 'ਚੋਂ 4236 ਵੋਟਾਂ ਉਹ ਲੈ ਗਿਆ ਬਰਜੇਸ਼ ਸਿੰਘ, ਉਹਦੀ ਪਤਨੀ ਜਿਹੜੀ ਅੰਨਾਪੂਰਨਾ ਲੈ ਗਈ ਹੈ। 300-400 ਸੀਟਾਂ, ਮੇਰਾ ਖਿਆਲ ਸ਼ਾਇਦ 345 ਵੋਟਾਂ ਜਿਹੜੀਆਂ ਨੇ, 4236 ਵੋਟਾਂ ਤੇ ਉਹਦੀ ਪਾਰਟੀ ਲੈ ਗਈ, ਉਹਦੀ ਪਤਨੀ ਲੈ ਗਈ। 345 ਵੋਟਾਂ ਸਮਾਜਵਾਦੀ ਪਾਰਟੀ ਦਾ ਉਮੀਦਵਾਰ ਲੈ ਗਿਆ।
ਬੀਜੇਪੀ ਦਾ ਉਮੀਦਵਾਰ ਡਾਕਟਰ ਸੁਦਾਮਾ ਜ਼ਮਾਨਤ ਵੀ ਨਹੀਂ ਬਚੀ, 200 ਤੋਂ ਘੱਟ ਨੂੰ ਵੋਟਾਂ ਪਈਆਂ ਨੇ। ਉਸ ਹਲਕੇ 'ਚ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਾਰਲੀਮੈਂਟਰੀ ਚੋਣ ਹਲਕਾ, ਜੇ ਉੱਥੇ ਜਾ ਕੇ ਬੀਜੇਪੀ ਦੀ ਇੰਨੀ ਬੇਇੱਜ਼ਤੀ ਹੋ ਜਾਂਦੀ, ਐਡੀ ਭੈੜੀ ਹਾਰ ਹੋ ਜਾਂਦੀ ਹੈ, ਤੇ ਹਾਰਦੇ ਕਿਤੋਂ? ਉਸ ਬੰਦੇ ਤੋਂ ਜਿਹੜਾ ਜਾਣਿਆ ਪਛਾਣਿਆ ਮਾਫੀਆ, ਸਾਰੇ ਅਖਬਾਰ ਲਿਖ ਰਹੇ, ਤੇ ਹਾਰਦੇ ਉਦੋਂ ਆ ਜਦੋਂ ਯੂਪੀ ਦਾ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਇਹ ਕਹਿੰਦਾ ਕਿ ਮੈਂ ਤਾਂ ਯੂਪੀ ਦੇ ਵਿੱਚ ਮਾਫੀਆ ਖਤਮ ਕਰਤੇ, ਜਿਹੜਾ ਕੋਈ ਸਿਰ ਚੁੱਕੇ ਉਹਦੇ ਘਰ ਦੇ ਉੱਤੇ ਮੈਂ ਬਲਡੋਜ਼ਰ ਫੇਰ ਦਿੰਦਾ। ਬਲਡੋਜ਼ਰ ਫੇਰਦਿਆਂ ਦੇ ਉੱਤੇ ਆ ਵੋਟਰਾਂ ਵਾਲਾ ਬਲਡੋਜ਼ਰ ਦੂਜੇ ਪਾਸੇ ਫਿਰ ਗਿਆ। ਇਹ ਬਹੁਤ ਵੱਡੀ ਹਾਰ ਹੈ ਜਿਹੜੀ ਪਹੁੰਚਾਉਣ ਵਿੱਚ, ਹਜਮ ਕਰਨ 'ਚ ਭਾਜਪਾ ਨੂੰ ਕਾਫੀ ਜ਼ੋਰ ਲਾਉਣਾ ਪਊਗਾ। ਗੱਲ ਤਾਂ ਪੰਨੂ ਸਾਹਿਬ ਠੀਕ ਲੱਗਦੀ ਹੈ, ਪਹੁੰਚਾਉਣਾ ਕੰਮ ਇਦਾਂ ਔਖਾ ਹੁੰਦਾ। ਦੂਸਰੇ ਪਾਸੇ ਜੇਕਰ ਪੰਜਾਬ ਦੇ ਕਿਸਾਨਾਂ ਦੀ ਜਾਂ ਜਥੇਬੰਦੀਆਂ ਦੀ ਗੱਲ ਕੀਤੀ ਜਾਵੇ, ਪੰਨੂ ਸਾਹਿਬ 32 ਕਿਸਾਨ ਜਥੇਬੰਦੀਆਂ ਸੀਗੀਆਂ, 16 ਨੇ ਫੈਸਲਾ ਲੈ ਲਿਆ ਕਿ ਹੁਣ ਅਲੱਗ ਚੱਲਣਾ ਹੈ। ਇਹਦਾ ਕੀ ਪ੍ਰਭਾਵ ਸਕਦਾ ਹੈ, ਕੀ ਪਿਆ ਸਕਦਾ, ਅਲੱਗ ਚੱਲਦੀਆਂ ਕੋਈ ਪਈਆਂ ਨੇ? ਦੇਖੋ, ਇਹਦੇ 'ਚ ਪਹਿਲਾਂ 7 ਜਥੇਬੰਦੀਆਂ ਸੀ, ਫਿਰ 9 ਹੋਰ ਟੁੱਟ ਕੇ ਆਈਆਂ ਨੇ। ਇਹ ਉਹ ਜਥੇਬੰਦੀਆਂ ਆ ਰਹੀਆਂ ਜਿਹੜੀਆਂ ਬਲਬੀਰ ਸਿੰਘ ਰਾਜੇਵਾਲ ਦੇ ਸੰਯੁਕਤ ਸਮਾਜ ਮੋਰਚੇ 'ਚ ਚਲੀਆਂ ਗਈਆਂ ਸੀ ਚੋਣਾਂ ਲੜਨ ਵਾਸਤੇ ਜੀ। ਉਧਰ 22 ਜਥੇਬੰਦੀਆਂ ਸੀ, 22 ਚੋਂ 7 ਟੁੱਟ ਕੇ ਇੱਧਰ ਆ ਗਈਆਂ ਨੇ। ਹੁਣ ਇਹ ਹੋ ਗਿਆ 16। ਉਧਰ ਇੰਨੇ ਕਿ ਉਧਰ ਨੇ ਇੰਨੀਆਂ ਕਿ ਜਥੇਬੰਦੀਆਂ, ਇਹਨਾਂ ਨੇ ਕਾਲ ਦਿੱਤੀ ਹੈ ਕਿ ਬਾਕੀਆਂ 'ਚੋਂ ਜਿਹੜਾ ਆਉਣਾ ਚਾਹੇ ਉਹ ਆ ਜਾਵੇ। ਇੱਕ ਆਪਣੀ ਨਵੇਂ ਜਥੇਬੰਦੀ ਵੀ ਖੜੀ ਕਰਦੇ ਪਏ। ਇਹ ਕਹਿੰਦੇ ਜੀ ਅਸੀਂ ਇੱਕ ਲੜਾਈ ਲੜੀ ਸੀ, ਉਹ ਲੜਾਈ ਦਿੱਲੀ ਦੇ ਵਿੱਚ 1.25 ਸਾਲ ਤੋਂ ਵੱਧ ਲੜੀ, ਪੰਜਾਬ ਤੋਂ ਸ਼ੁਰੂ ਕਰਕੇ ਦਿੱਲੀ ਤੱਕ, ਅਖੀਰ ਜਿੱਤ ਕੇ ਆਏ। ਜਿੱਤਣ ਤੋਂ ਬਾਅਦ ਜਿਹੜੇ ਸਮਝੌਤੇ ਹੋਏ ਸਨ, ਜਿਹੜੇ ਫੈਸਲੇ ਸਰਕਾਰ ਨਾਲ ਹੋਏ ਸਨ, ਉਹ ਅਮਲ ਵਿੱਚ ਲਾਗੂ ਕਰਨ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਆ ਗਈਆਂ। ਬਲਬੀਰ ਸਿੰਘ ਰਾਜੇਵਾਲ ਤੇ ਉਹਨਾਂ ਦੇ ਸਾਥੀਆਂ ਨੇ ਆਖਿਆ ਕਿ ਹੁਣ ਸਾਨੂੰ ਚੋਣਾਂ ਲੜਨੀਆਂ ਚਾਹੀਦੀਆਂ। ਉਹ ਚਲੇ ਗਏ। ਕਹਿੰਦੇ ਅਸੀਂ ਪਹਿਲਾਂ ਕਹਿੰਦੇ ਸਾਂ ਕਿ ਚੋਣਾਂ ਹੋਰ ਗੱਲ ਆ, ਕਿਸਾਨਾਂ ਦਾ ਸੰਘਰਸ਼ ਹੋ ਰਿਹਾ ਜੀ। ਕਿਸਾਨ ਸੰਘਰਸ਼ ਵਿੱਚ ਸਾਡੇ ਨਾਲ ਕਾਂਗਰਸੀ ਵੀ ਆ, ਅਕਾਲੀ ਵੀ ਆ, ਕਮਿਊਨਿਸਟ ਵੀ ਆ, ਕੋਈ ਭਾਜਪਾ ਵਾਲਾ ਵੀ ਸ਼ਾਇਦ ਆਇਆ ਹੋਵੇ, ਆਮ ਆਦਮੀ ਪਾਰਟੀ ਵੀ ਨਾਲ, ਸਾਰੇ ਨਾਲ ਨੇ। ਉਹ ਕਹਿੰਦੇ ਅਸੀਂ ਪਹਿਲੇ ਦਿਨ ਤੋਂ ਇਹ ਕਹਿੰਦੇ ਸੀ ਕਿ ਜਿਹੜੇ ਲੋਕ ਸਾਡੇ ਨਾਲ ਕਿਸਾਨ ਸੰਘਰਸ਼ ਵਿੱਚ ਆ, ਇਹ ਚੋਣਾਂ ਵਿੱਚ ਆਪੋ ਆਪਣੀ ਪਾਰਟੀ ਨਾਲ ਖਲੋਣਗੇ, ਸਾਨੂੰ ਚੋਣਾਂ ਨਹੀਂ ਲੜਨੀਆਂ ਚਾਹੀਦੀਆਂ। ਬਲਬੀਰ ਸਿੰਘ ਰਾਜੇਵਾਲ ਦੇ ਸਾਥੀ ਕਹਿੰਦੇ ਸੀ ਲੜਨੀਆਂ ਚਾਹੀਦੀਆਂ। ਹੁਣ ਕਮਾਲ ਦੀ ਗੱਲ ਇਹ ਹੈ ਕਿ ਬਲਬੀਰ ਸਿੰਘ ਰਾਜੇਵਾਲ ਦੇ ਸਾਥੀਆਂ 'ਚੋਂ ਜਿਹੜੇ 2 ਬੰਦੇ ਸਭ ਤੋਂ ਮੋਹਰੀ ਸੀ ਚੋਣਾਂ ਲੜਨੀਆਂ ਚਾਹੀਦੀਆਂ, ਤੇ ਜਿਹੜੇ ਦੂਜੀਆਂ ਪਾਰਟੀਆਂ ਨਾਲ ਗੱਲ ਕਰਨ ਜਾਂਦੇ ਰਹੇ, ਜਦੋਂ ਉਹਨਾਂ ਨੇ ਬਲਬੀਰ ਸਿੰਘ ਰਾਜੇਵਾਲ ਨੂੰ ਪੂਰੀ ਤਰ੍ਹਾਂ ਫਸਾਤਾ, ਮੁੜ ਕੇ ਉਹਨਾਂ ਨੇ ਪਾਸੇ ਹੋ ਕੇ ਕਹਿ ਦਿੱਤਾ ਅਸੀਂ ਤਾਂ ਨਹੀਂ ਚੋਣਾਂ ਲੜਨੀਆਂ, ਚੋਣਾਂ ਦੇ ਪੱਖ 'ਚ ਨਹੀਂ। ਇੱਕ ਤਰ੍ਹਾਂ ਨਾਲ ਬਲਬੀਰ ਸਿੰਘ ਨਾਲ ਰਾਜੇਵਾਲ ਨਾਲ ਵੀ ਧੱਕਾ ਹੋਇਆ ਕਿ ਉਹਨੂੰ ਆਪ ਤੋਰ ਕੇ ਉਸ ਪਾਸੇ ਤੇ ਫਸਾ ਕੇ ਬੰਦੇ ਪਿੱਛੇ ਨਿਕਲੇ। ਬਲਬੀਰ ਸਿੰਘ ਰਾਜੇਵਾਲ ਨਾਲ ਦੂਸਰੀ ਵਾਰ ਹੋਇਆ। ਪਹਿਲਾਂ ਜਦੋਂ ਦਿੱਲੀ ਜਾ ਕੇ ਮੋਰਚਾ ਲਾਇਆ ਸੀ ਤੇ ਲੱਗੇ ਨੂੰ ਅਜੇ ਹਫ਼ਤਾ ਕੀ ਹੋਇਆ ਸੀ ਤੇ ਨਿਹੰਗ ਸਿੰਘਾਂ ਦੇ ਦਲ ਆ ਗਏ। ਇਹਨਾਂ ਦੇ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਕਿ ਨਿਹੰਗ ਸਿੰਘਾਂ ਨੂੰ ਬੇਨਤੀ ਕੀਤੀ ਜਾਵੇ ਕਿ ਤੁਹਾਡੇ ਆਉਣ ਤੋਂ, ਘੋੜੇ ਭਜਾਉਣ ਤੋਂ ਦਿੱਲੀ ਦੇ ਲੋਕਾਂ 'ਚ ਦਹਿਸ਼ਤ ਫੈਲਦੀ ਹੈ, ਤੁਸੀਂ ਥੋੜ੍ਹਾ ਜਿਹਾ ਪਾਸੇ ਹੋ ਜਾਓ। ਫੈਸਲਾ ਮੋਰਚੇ ਦਾ ਸੀ। ਜਿਹੜੇ ਲੀਡਰ ਦੀ ਜ਼ਿੰਮੇਵਾਰੀ ਲੱਗੀ ਕਿ ਤੂੰ ਜਾ ਕੇ ਪ੍ਰੈਸ ਵਿੱਚ ਅਨਾਉਂਸ ਕਰੀ, ਉਹਨੇ ਰਾਜੇਵਾਲ ਨੂੰ ਨਾਲ ਲਿਆ, ਜੋ ਜੀ ਸਾਂਝੇ ਅਨਾਉਂਸ ਕਰਦੇ, ਰਾਜੇਵਾਲ ਨਾਲ ਬਹਿ ਗਿਆ। ਤੇ ਜਦੋਂ ਪ੍ਰੈਸ ਸਾਹਮਣੇ ਆਇਆ ਤੇ ਆਪ ਬੋਲਣ ਦੀ ਥਾਂ ਕਹਿਤਾ ਰਾਜੇਵਾਲ ਸਾਹਿਬ ਤੁਸੀਂ ਬੋਲੋ, ਤੁਸੀਂ ਵੱਡੇ ਆ। ਇਹਦੇ ਤੋਂ ਬੁਲਾਤਾ, ਨਿਹੰਗ ਸਿੰਘ ਸਾਰੇ ਇਹਦੇ ਗਲ ਪੈ ਗਏ, ਜਦ ਕਿ ਫੈਸਲਾ ਕਿਸੇ ਹੋਰ ਦਾ ਸੀ। ਉਦੋਂ ਵੀ ਰਾਜੇਵਾਲ ਨੂੰ ਫਸਾਇਆ ਗਿਆ ਸੀ। ਹੁਣ ਚੋਣਾਂ 'ਚ ਵੀ ਉਹਨੂੰ ਫਸਾ ਕੇ ਬਾਹਰ ਕੱਢ ਦਿੱਤਾ ਗਿਆ। ਜਿਹੜੇ ਫਸਾਉਣ ਵਾਲੇ ਸੀ ਹੁਣ ਇੱਧਰਲੇ ਪਾਸੇ ਆ ਗਏ। ਇਹ ਭਾਵੇਂ ਰਾਜੇਵਾਲ ਦੇ ਪੱਖ ਲਈਏ ਅਸੀਂ, ਭਾਵੇਂ ਇਹਨਾਂ ਦਾ ਪੱਖ ਲਈਏ, ਉਹਨਾਂ ਨੂੰ ਸਾਰੇ ਆਖਣਗੇ ਕਿ ਚੋਣਾਂ ਲੜੀਆਂ ਗਲਤ ਕੀਤਾ। ਰਾਜੇਵਾਲ ਵਰਗਾ ਐਡਾ ਲੀਡਰ ਹੋਵੇ, ਸਾਰਾ ਪੰਜਾਬ ਦਾ, ਪੰਜਾਬ ਤੋਂ ਲੈ ਕੇ ਯੂਪੀ ਤੱਕ ਹੀਰੋ ਹੋਵੇ, ਤੇ ਵੋਟਾਂ 4600 ਪੈਣ, ਬੇਇੱਜ਼ਤੀ ਤਾਂ ਹੁੰਦੀ ਹੈ ਜੀ। ਪਰ ਜਿਹੜੇ ਇਹ ਸੀ, ਇਹਨਾਂ ਨੇ ਇੱਕ ਸਟੈਂਡ ਲਿਆ ਸੀਗਾ, ਇੱਕ ਧੜੇ ਨੇ 9 ਜਥੇਬੰਦੀਆਂ ਨੇ ਕਿ ਅਸੀਂ ਚੋਣਾਂ ਨਹੀਂ ਲੜਦੀਆਂ, ਅਸੀਂ ਸਿਰਫ ਕਿਸਾਨਾਂ ਦੇ ਸੰਘਰਸ਼ ਲੜਨੇ ਆ। ਉਹ ਤਾਂ ਠੀਕ ਸੀ। ਅੱਜ ਜਿਹੜੇ 7 ਪਹਿਲਾਂ ਰਾਜੇਵਾਲ ਨਾਲ ਗਏ ਸੀ, ਹੁਣ ਇੱਧਰ ਵਾਪਸ ਆ ਗਏ। ਹੋ ਸਕਦਾ ਰਿਵਿਊ ਕਰਦੇ ਹੁਣ ਜੀ ਸਾਡੇ ਤੋਂ ਗਲਤੀ ਹੋਈ। ਹੌਲੀ ਹੌਲੀ ਨਤੀਜਾ ਇਹ ਹੈ ਕਿ ਕਿਸਾਨ ਅੰਦੋਲਨ ਨੇ ਪੂਰੀ ਤਰ੍ਹਾਂ 16 ਜਥੇਬੰਦੀਆਂ ਉੱਧਰ, 16 ਉੱਧਰ, ਪਾਟਕ ਹੈ। ਇਸ ਪਾਟਕ ਦਾ ਫਾਇਦਾ ਕਿਹਨੂੰ? ਕਿਸਾਨਾਂ ਨੂੰ ਨਹੀਂ ਹੋ ਸਕਦਾ। ਕਿਸਾਨਾਂ ਦੇ ਮੁੱਦੇ ਤਾਂ ਰੁਲ ਗਏ। ਹੁਣ ਤਾਂ ਇਹ ਕਿ ਕੇਂਦਰ ਸਰਕਾਰ ਨਾਲ ਲੜਨ ਵੀ ਜਾਣਾ ਹੋਵੇ ਤੇ ਵੇਖਣਗੇ ਆਹ ਕਿਹਦੇ ਆ ਤੇ ਆਹ ਕਿਹਦੇ ਆ। ਇੱਕ ਦੇ ਬਜਾਏ 2 ਪੂਰੀ ਤਰ੍ਹਾਂ ਧਿਰਾਂ ਬਣ ਗਈਆਂ।
ਉੱਪਰੋਂ ਲੈ ਕੇ ਥੱਲੇ ਤੱਕ ਪਾਟਕ ਪੈ ਗਿਆ। ਉਸ ਪਾਟਕ ਦਾ ਜਿਹੜੇ ਕਿਸਾਨਾਂ ਦੀ ਲੜਾਈ ਇਹ ਲੜਨ ਤੁਰੇ ਸੀ, ਜਿਨ੍ਹਾਂ ਨੂੰ ਹੱਕ ਲੈ ਕੇ ਦੇਣ ਲੱਗੇ ਸੀ, ਉਹਨਾਂ ਦੇ ਹੱਕਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਣਾ। ਰਾਜਨੀਤਿਕ ਤੌਰ ਤੇ ਕਿਸੇ ਨੂੰ ਫਾਇਦਾ ਹੋਇਆ ਨਹੀਂ ਹੋਇਆ ਉਹ ਠੱਠੇ ਖੂਚ ਪਵੇ, ਪਰ ਜਿਨ੍ਹਾਂ ਕਿਸਾਨਾਂ ਵਾਸਤੇ ਲੜਨ ਤੁਰੇ ਸੀ, ਮਾੜੀ ਗੱਲ ਇਹ ਹੈ ਕਿ ਇਸ ਪਾਟਕ ਦਾ ਨੁਕਸਾਨ ਉਹਨਾਂ ਕਿਸਾਨਾਂ ਨੂੰ ਹੋਊਗਾ। ਜੀ ਪੰਤ ਸਾਹਿਬ, ਬੀਜੇਪੀ ਦੀ ਗੱਲ ਕਰਨੀ ਵੀ ਬਣਦੀ ਹੈ। ਇੱਥੇ ਬੀਜੇਪੀ ਦਾ ਇੱਕ ਲੀਡਰ ਹੈ ਕਿਰੀਟ ਸੁਮਈਆ, ਹੁਣ ਉਹਦੀ ਜ਼ਮਾਨਤ ਨਹੀਂ ਹੋ ਰਹੀ। ਕੀ ਕਾਰਨ ਹੈ ਇਹਦਾ? ਕਹਿੰਦੇ ਪੈਸੇ ਪੂਸੇ ਵੀ ਲੋਕਾਂ ਤੋਂ ਬਹੁਤ ਇਕੱਠੇ ਕੀਤੇ ਆ। ਕਿਰੀਟ ਸੁਮਈਆ ਜਿੰਨਾ ਕੁ ਮੈਨੂੰ ਯਾਦ ਆਉਂਦਾ, ਇਹ ਸ਼ਾਇਦ ਕ੍ਰਿਕਟ ਦੀ ਖੇਡ ਨਾਲ ਪਹਿਲਾਂ ਜੁੜਿਆ ਰਿਹਾ, ਜ਼ਿਆਦਾ ਮੈਨੂੰ ਉਹਦਾ ਚੇਤਾ ਨਹੀਂ। ਕੁਛ ਹੈ ਜੀ, ਪਾਰਟੀ ਵੱਲੋਂ ਵੱਡੇ ਅਹੁਦਿਆਂ ਤੇ ਵੀ ਰਿਹਾ। ਮਾਮਲਾ ਇੱਕ ਸਮੁੰਦਰੀ ਬੇੜੇ ਦਾ। 1961 'ਚ ਭਾਰਤ ਨੇ ਇੱਕ ਸਮੁੰਦਰੀ ਬੇੜਾ ਲਿਆਂਦਾ ਸੀ, ਸ਼ੁਰੂ ਕੀਤਾ ਸੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਵੇਲੇ, ਜਿਹਦੇ ਉੱਤੇ ਹੀ ਜਹਾਜ਼ ਉੱਡ ਕੇ ਆ ਕੇ ਉਤਰ ਜਾਂਦੇ ਸੀ ਤੇ ਉੱਤੋਂ ਹੀ ਉੱਡ ਜਾਂਦੇ ਸੀ। ਇੱਥੇ ਕਈ ਲੋਕ ਸੀ ਜਿਹੜੇ ਕਹਿੰਦੇ ਇਹਦੀ ਕੀ ਲੋੜ ਹੈ। 1971 ਦੀ ਜਿਹੜੀ ਜੰਗ ਸੀ ਬੰਗਲਾਦੇਸ਼ ਵਾਲੀ, ਜਦੋਂ ਈਸਟ ਪਾਕਿਸਤਾਨ ਤੋੜ ਕੇ ਇੱਥਾਂ ਬੰਗਲਾਦੇਸ਼ ਬਣਿਆ ਜੀ, ਉਸ ਜੰਗ ਦੇ ਵਿੱਚ ਸਭ ਤੋਂ ਵੱਧ ਰੋਲ ਇਸ ਵਿਕਰਾਂਤ ਬੇੜੇ ਦਾ ਸੀ, ਤੇ ਜਾਂ ਫਿਰ ਆਰਮੀ ਦਾ ਸੀ ਜਿਹੜੀ ਜਾ ਕੇ ਉੱਥੇ ਲੜੀ, ਏਅਰਫੋਰਸ ਦਾ ਵੀ ਸੀ। ਪਰ ਸਮੁੰਦਰ ਦੇ ਵਿੱਚ ਜਿੱਡੀ ਵੱਡੀ ਧਿਰ ਬਣ ਕੇ ਬੇੜਾ ਲੜਿਆ ਸੀ, ਸਾਰਿਆਂ ਨੂੰ ਪਤਾ ਵਿਕਰਾਂਤ ਹੋ ਗਈ ਸੀ। ਆਖਰ ਇੱਕ ਹੱਦ ਹੁੰਦੀ ਹੈ। 1997 'ਚ ਫੈਸਲਾ ਕੀਤਾ ਗਿਆ ਕਿ ਬੇੜਾ ਬਹੁਤ ਪੁਰਾਣਾ ਹੋ ਗਿਆ, ਰਿਸਕ ਨਹੀਂ ਲੈਣਾ ਚਾਹੀਦਾ, ਇਹਨੂੰ ਹੁਣ ਵਿਹਲਾ ਕਰ ਦਿਓ। ਵਿਹਲਾ ਕਰਕੇ ਦੋ ਤਿੰਨ ਰਾਏ ਬਣੀਆਂ। ਇੱਕ ਤਾਂ ਇਹ ਸੀ ਕਿ ਇਹਨੂੰ ਮਿਊਜ਼ੀਅਮ ਬਣਾ ਦਿਓ, ਲੋਕ ਆਉਣ ਵੇਖਣ ਮੁੜ ਜਾਣ। ਦੂਸਰਾ ਇਹ ਸੀ ਕਿ ਮਿਊਜ਼ੀਅਮ ਵੀ ਨਾ ਬਣਾਓ, ਵਿੱਚ ਦੇ ਜਿਹੜੇ ਪੈਸੇ ਮਿਲਦੇ ਕਬਾੜਖਾਨੇ ਤੋਂ ਲੈ ਲਓ, ਉਹ ਪੈਸੇ ਕਿਸੇ ਹੋਰ ਥਾਂ ਲਾ ਲਓ। ਜਦੋਂ ਵੇਚਣ ਦੀ ਸਲਾਹ ਬਣੀ ਤੇ ਕਿਰੀਟ ਸੁਮਈਆ ਨੇ ਲੋਕਾਂ ਨੂੰ ਕਾਲ ਦੇ ਦਿੱਤੀ ਕਿ ਇਸ ਸਮੁੰਦਰੀ ਬੇੜੇ ਨੇ ਭਾਰਤ ਦੀ ਸੇਵਾ ਬਹੁਤ ਕੀਤੀ ਹੈ। 1971 ਦੀ ਜੰਗ ਦਾ ਹੀਰੋ ਇਹ ਬੇੜਾ ਅੱਜ ਜੇ ਇਸ ਤਰ੍ਹਾਂ ਰੋਲ ਦਿੱਤਾ ਜਾਵੇ, ਕਬਾੜੀਆਂ ਨੂੰ ਦੇ ਦਈਏ ਤੇ ਉਹ ਤੋੜਦੇ ਫਿਰਨ, ਇਹਦੇ ਨਾਲ ਸਾਡੇ ਇੱਕ ਜੰਗੀ ਬੇੜੇ ਦੀ ਸ਼ਾਨ ਦੇ ਖਿਲਾਫ ਗੱਲ ਜਾਂਦੀ ਹੈ ਕਿ ਜਿਹੜਾ ਬੇੜਾ ਇੰਨੇ ਪਿਆਰ ਨਾਲ, ਇੰਨੇ ਸਤਿਕਾਰ ਨਾਲ ਅਸੀਂ ਵਰਤਿਆ ਹੋਵੇ, ਜਿਹਨੇ ਨਾ ਮਾਣ ਦਵਾਇਆ ਵੀ ਅੱਜ ਤੋੜਿਆ ਜਾ ਰਿਹਾ। ਇਹਨੇ ਲੋਕਾਂ ਨੂੰ ਸੱਦਾ ਦੇ ਦਿੱਤਾ ਕਿ ਸਰਕਾਰ ਨੇ ਜੇ ਵੇਚਣਾ ਹੀ ਹੈ ਤੇ ਉਹ ਅਸੀਂ ਖਰੀਦਾਂਗੇ, ਤੁਸੀਂ ਪੈਸਾ ਇਕੱਠਾ ਦਿਓ। ਇਹ ਅਪੀਲਾਂ ਕਰਦਾ ਰਿਹਾ। 57 ਕਰੋੜ ਰੁਪਇਆ ਇਕੱਠਾ ਹੋ ਗਿਆ। ਲੋਕ ਇੰਨੇ ਜਜ਼ਬਾਤੀ ਹੋਏ, ਪੈਸਾ ਨੂੰ ਘੱਲੀ ਗਏ। 57 ਕਰੋੜ ਤੇ ਉਹ ਜਿਹੜਾ ਰਿਕਾਰਡ ਤੇ ਆਸੇ ਪਾਸੇ ਕੋਈ ਆਇਆ ਕਿ ਨਹੀਂ ਆਇਆ ਮੈਨੂੰ ਪਤਾ ਨਹੀਂ। ਇਹਨੇ ਉਹ ਪੈਸਾ ਲੈ ਲਿਆ, ਉਦੋਂ ਬਾਅਦ ਚੁੱਪ ਵੱਟ ਗਿਆ। ਹੁਣ ਇੱਕ ਸਾਬਕਾ ਫੌਜੀ ਨੇ ਜਾ ਕੇ ਥਾਣੇ 'ਚ ਰਿਪੋਰਟ ਦਰਜ ਕਰਾਤੀ ਵੀ ਇਹਦੇ ਉੱਤੇ ਦੋਸ਼ ਲੱਗਦਾ ਜੀ ਇਹਨੇ ਵਿਕਰਾਂਤ ਬੇੜੇ ਦੇ ਨਾਂ ਤੇ 57 ਕਰੋੜ ਰੁਪਇਆ ਇਕੱਠਾ ਕਰ ਲਿਆ। ਉਹ ਕਿੱਥੇ ਆ? ਕਿਰੀਟ ਸੁਮਈਆ ਬੰਬੇ ਹਾਈ ਕੋਰਟ 'ਚ ਗਿਆ ਅਗੇਤੀ ਜ਼ਮਾਨਤ ਕਰਾਉਣ ਵਾਸਤੇ, ਉਹਨਾਂ ਨੇ ਜ਼ਮਾਨਤ ਨਹੀਂ ਲਈ। ਉਹ ਕਹਿੰਦੇ ਸਬੂਤ ਤਾਂ ਸਾਹਮਣੇ ਪਿਆ, ਜ਼ਮਾਨਤ ਨਹੀਂ ਕੀ ਲਈ ਜੀ, ਪੈਸਾ ਕਿੱਥੇ ਗਿਆ? ਸੁਮਈਆ ਤੇ ਸੁਮਈਆ ਦਾ ਪੁੱਤਰ, ਉਹ ਦੋਵੇਂ ਜਣੇ ਇਸ ਮਾਮਲੇ 'ਚ ਬੜੀ ਬੁਰੀ ਤਰ੍ਹਾਂ ਫਸੇ ਪਏ ਆ। ਪੈਸਾ ਉਹਨਾਂ ਨੇ ਮੋਟਾ ਇਕੱਠਾ ਕਰ ਲਿਆ। ਇਸ ਵੇਲੇ ਉਲਝਣ ਜਿਹੜੀ ਉਹਨਾਂ ਦੇ ਉੱਤੇ ਪੈ ਗਈ ਆ, ਇਹਦੇ 'ਚ ਮੈਨੂੰ ਨਹੀਂ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਵੀ ਕਿਸੇ ਤਰੀਕੇ ਉਹਨਾਂ ਦੀ ਮਦਦ ਕਰ ਸਕੇ, ਕਿਉਂਕਿ ਮਾਮਲਾ ਇਹ ਇਸ ਤਰ੍ਹਾਂ ਦਾ ਜਿਹਦੇ ਵਿੱਚ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਕੇ ਜੀ ਇੱਕ ਸਮੁੰਦਰੀ ਬੇੜੇ ਦੇ ਨਾਂ ਦੇ ਉੱਤੇ ਐਡੀ ਮੋਟੀ ਗ੍ਰਾਹੀ ਕੀਤੀ ਗਈ ਆ ਜਿਹੜਾ ਕਦੇ ਕਿਸੇ ਨੇ ਸੋਚਿਆ ਹੀ ਨਹੀਂ ਸੀ। ਔਰ ਬੰਦਾ ਇਹ ਉਹ ਆ ਜਿਹੜਾ ਬਾਕੀ ਸਾਰਿਆਂ ਨੂੰ ਇਹ ਕਹਿੰਦਾ ਹੁੰਦਾ ਸੀ ਫਲਾਣਾ ਭ੍ਰਿਸ਼ਟਾਚਾਰ ਕਰਦਾ, ਫਲਾਣਾ ਕਰਦਾ। ਪਤਾ ਹੋਣ ਲੱਗਾ ਕਿ ਇਹਨੂੰ ਇਹ ਨਹੀਂ ਸੀ ਉਹ ਭ੍ਰਿਸ਼ਟਾਚਾਰ ਕਿਉਂ ਕਰਦੇ, ਸ਼ਾਇਦ ਇਹਨੂੰ ਇਹ ਸੀ ਕਿ ਬਾਕੀ ਸਾਰੇ ਕਰੀ ਜਾਂਦੇ, ਮੇਰਾ ਤਾਂ ਕਿਉਂ ਨਹੀਂ ਲੱਗਦਾ। ਇੱਥੇ ਆ ਕੇ ਵੀ ਕਈ ਵਾਰੀ ਬੰਦਾ ਫਸ ਜਾਂਦਾ। ਇੱਦਾਂ ਦਾ ਮਾਮਲਾ ਜਾਪਦਾ। ਪਰ ਸਭ ਇੱਕ ਦੁਖਦਾਈ ਖਬਰ ਸੀ ਝਾਰਖੰਡ ਤੋਂ, ਰੋਪਵੇ ਹਾਦਸਾ ਹੋਇਆ। ਪਿਛਲੇ 2 ਦਿਨ ਤੋਂ ਲਗਾਤਾਰ ਉੱਥੇ ਲੋਕ ਫਸੇ ਪਏ ਸੀਗੇ। ਹੁਣ 4 ਲੋਕਾਂ ਦੀ ਮੌਤ ਹੋ ਗਈ ਹੈ, ਪਰ ਕੀ ਮਾਮਲਾ ਕੀ ਸੀਗਾ ਪੂਰਾ, ਕਿਉਂ ਹੋ ਗਿਆ ਸਾਰਾ ਕੁਝ? ਰੋਪਵੇ ਹੁੰਦਾ, ਜਿਹੜੇ ਬਾਹਰਲੇ ਦੇਸ਼ਾਂ ਵਾਲੇ ਉੱਤੇ ਸਾਰੇ ਜਾਣਦੇ, ਸਾਡੇ ਵਾਲਿਆਂ ਕਈਆਂ ਨੂੰ ਪਤਾ ਨਹੀਂ। ਉੱਚੀਆਂ ਪਹਾੜੀਆਂ ਦੇ ਉੱਤੇ ਲੰਮੇ ਕਾਫੀ ਫਾਸਲੇ ਤੇ ਉੱਤੇ ਇੱਕ ਰੱਸਾ ਬੱਧਾ ਹੁੰਦਾ, ਉਹਦੇ ਨਾਲ ਟਰਾਲੀ ਚੱਲਦੀ ਹੈ। ਇੱਕ ਰੱਸਾ ਉਹਦੇ ਬਰਾਬਰ ਤੇ ਬੱਧਾ ਹੁੰਦਾ ਜਿਹਦੇ ਨਾਲ ਦੂਸਰੇ ਪਾਸਿਓਂ ਟਰਾਲੀ ਚੱਲਦੀ ਹੈ। ਇੱਕ ਪਾਸਿਓਂ ਟਰਾਲੀਆਂ ਜਾਂਦੀਆਂ ਤੇ ਦੂਸਰੇ ਪਾਸਿਓਂ ਟਰਾਲੀਆਂ ਆਉਂਦੀਆਂ ਨੇ। ਉਹ ਟਰਾਲੀਆਂ ਆਉਂਦੀਆਂ, ਟਰਾਲੀਆਂ ਜਾਂਦੀਆਂ, ਇਹ ਆਮ ਤੌਰ ਦੇ ਉੱਤੇ ਉਹ ਸਮਝਦੇ ਆ ਕਿ ਬੜਾ ਐਡਵੈਂਚਰ ਵਾਲਾ ਹੈਗਾ, ਬੜਾ ਸੋਹਣਾ, ਲੋਕ ਬੜੇ ਖੁਸ਼ ਨੇ। ਮੈਂ ਵੀ ਇੱਕ ਵਾਰੀ ਨਿਊਜ਼ੀਲੈਂਡ 'ਚ ਇੱਦਾਂ ਦੇ ਰੋਪਵੇ ਦੇ ਉੱਤੇ ਟਰੈਵਲ ਕਰਕੇ ਵੇਖਿਆ, ਪਰ ਉੱਥੇ ਉਹਨਾਂ ਦੇਸ਼ਾਂ 'ਚ ਐਕਸੀਡੈਂਟ ਦੀ ਸੰਭਾਵਨਾ ਨਹੀਂ ਹੁੰਦੀ। ਉਹ ਹਰ ਇੱਕ ਚੀਜ਼ ਪਹਿਲਾਂ ਚੈੱਕ ਕਰਦੇ ਆ। ਉੱਥੇ ਲਿਖਿਆ ਹੁੰਦਾ ਯੂਅਰ ਸੇਫਟੀ
ਆਵਰ ਪ੍ਰਾਇੋਰਟੀ। ਤੁਹਾਡੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਪਹਿਲ ਹੈ। ਇੱਥੇ ਭਾਰਤ ਵਿੱਚ ਇਹਨਾਂ ਗੱਲਾਂ ਦੀ ਚਿੰਤਾ ਹੀ ਕੌਣ ਕਰਦਾ। ਜਦੋਂ ਅਸੀਂ ਚੰਡੀਗੜ੍ਹ ਤੋਂ ਸ਼ਿਮਲੇ ਨੂੰ ਜਾਂਦੇ ਹਾਂ, ਰਾਹ 'ਚ ਕਸੌਲੀ ਲਾਗੇ ਇੱਕ ਟਿੰਬਰ ਟ੍ਰੇਲ ਹੈਗੀ ਹੈ। 15-20 ਸਾਲ ਪਹਿਲਾਂ ਦੀ ਗੱਲ ਹੈ। ਇੱਕ ਵਾਰੀ ਹੋਇਆ ਇਹ ਕਿ ਉਹਦਾ ਰੱਸਾ ਤਿੜਕ ਗਿਆ, ਤਿੜਕ ਕੇ ਟਰਾਲੀ ਉਹਦੇ ਨਾਲ ਲਟਕ ਗਈ। ਨਾ ਟਰਾਲੀ ਅੱਗੇ ਜਾਵੇ ਤੇ ਨਾ ਟਰਾਲੀ ਪਿੱਛੇ ਆਵੇ, ਵਿੱਚ ਲੋਕ ਫਸੇ। ਫਿਰ ਉੱਤੋਂ ਫੌਜ ਦੇ ਹੈਲੀਕਾਪਟਰ ਲਿਆ ਕੇ ਕੱਢਣ ਦਾ ਯਤਨ ਕੀਤਾ ਗਿਆ। ਕੱਢਦਿਆਂ ਹਨੇਰਾ ਹੋ ਗਿਆ। ਮੁੜ ਕੇ ਅਸੀਂ ਕਿ ਲੋਕ ਘਬਰਾ ਕੇ ਨਾ ਮਰ ਜਾਂਦੇ ਹੋਣ। ਇੱਕ ਫੌਜੀ ਅਫਸਰ ਉਹਨਾਂ ਦੇ ਵਿੱਚ ਜਾ ਕੇ ਆਪਣੀ ਜਾਨ ਖਤਰੇ 'ਚ ਪਾ ਕੇ ਟਰਾਲੀ 'ਚ ਬਹਿ ਗਿਆ, ਹੈਲੀਕਾਪਟਰ ਤੋਂ ਉਤਰ ਕੇ, ਕਿ ਮੈਂ ਤੁਹਾਡੇ ਨਾਲ ਹੀ ਨਾ, ਕੋਈ ਗੱਲ ਨਹੀਂ, ਤੁਸੀਂ ਚਿੰਤਾ ਨਾ ਕਰੋ। ਸਾਰੀ ਰਾਤ ਉਹਨਾਂ 'ਚ ਰਿਹਾ, ਜਾਨ ਖਤਰੇ 'ਚ ਪਾਈ ਕਿ ਮਰਨ ਲੱਗੇ ਮੈਂ ਵੀ ਮਰ ਸਕਦਾ। ਉਹ ਅਖੀਰ ਉਹਨਾਂ ਸਾਰਿਆਂ ਨੂੰ ਬਚਾ ਲਿਆ ਗਿਆ ਸੀ। ਹੁਣ ਕੀ ਹੈ ਕਿ ਇੱਥੇ ਜਿਹੜਾ ਦਿਓਘਰ ਦੇ ਵਿੱਚ ਉਹਨਾਂ ਨੇ ਟਰਾਲੀ ਰੋਪਵੇ ਚਲਾਇਆ ਸੀ। ਟਰਾਲੀਆਂ ਦਾ ਫਾਸਲਾ ਕਾਫੀ ਹੁੰਦਾ, ਦੂਰ ਦੂਰ ਚੱਲਦੀਆਂ ਨੇ। ਪਤਾ ਨਹੀਂ ਕੀ ਕਾਰਨ ਹੈ। ਅੱਗੋਂ ਆਉਂਦੀ ਤੇ ਇੱਧਰੋਂ ਜਾਂਦੀ 2 ਟਰਾਲੀਆਂ ਆਪੋ 'ਚ ਖਹਿ ਗਈਆਂ, ਉਹ ਖਹਿ ਕੇ ਫਸ ਗਈਆਂ। ਬਾਕੀ ਟਰਾਲੀਆਂ 100 ਗਜ਼ 200 ਗਜ਼ ਦੇ ਫਾਸਲੇ ਤੇ ਜਾਂਦੀਆਂ ਹੁੰਦੀਆਂ। ਉਹ ਪਿਛਲੀਆਂ ਸਾਰੀਆਂ ਟਰਾਲੀਆਂ ਜਿੱਥੇ ਜਿੱਥੇ ਉਹ ਸਾਰੀਆਂ ਹੀ ਉੱਥੇ ਖਲੋ ਗਈਆਂ, ਔਰ ਸਾਰੀਆਂ 'ਚ ਮੁਸਾਫਰ ਸੀ। ਜਿੰਨੇ ਮੁਸਾਫਰ ਸੀ ਉਹਨਾਂ ਸਾਰਿਆਂ ਨੂੰ ਕੱਢਦਿਆਂ 45 ਘੰਟੇ ਲੱਗ ਗਏ। ਇਹਦੇ ਦੌਰਾਨ 3 ਮੌਤਾਂ ਹੋ ਗਈਆਂ। ਕੱਢਿਆ ਆ ਕੇ ਆਰਮੀ ਨੇ ਹੈਲੀਕਾਪਟਰਾਂ ਦੇ ਨਾਲ। ਹੁਣ ਸਵਾਲ ਇਹ ਹੈ ਵੀ 3 ਮੌਤਾਂ ਹੋਈਆਂ, ਇਹਨਾਂ ਦਾ ਜ਼ਿੰਮੇਵਾਰ ਕੌਣ ਹੈ? ਜਿਹੜੀ ਕੰਪਨੀ ਕਰੋੜਾਂ ਦਾ ਮੁਨਾਫਾ ਕਮਾਉਂਦੀ, ਕੀ ਉਸ ਕੰਪਨੀ ਵਾਲਿਆਂ ਨੇ ਇਹਦੇ ਵਿੱਚ ਜੋ ਕੁਝ ਬਣਦੀ ਸੀ ਚੌਕਸੀ ਉਹ ਵਿਖਾਈ ਹੈ? ਜਿਹੜੀਆਂ ਕਮੀਆਂ ਕਮਜ਼ੋਰੀਆਂ ਸੀ ਉਹਨਾਂ ਦਾ ਖਿਆਲ ਕਿਉਂ ਨਾ ਰੱਖਿਆ? ਦੂਜਾ, ਉਸ ਰਾਜ ਦਾ ਜਿਹੜਾ ਟੂਰਿਜ਼ਮ ਡਿਪਾਰਟਮੈਂਟ ਹੈ ਉਹ ਸਿਰਫ ਖਾਣ ਪੀਣ ਵਾਲਾ ਮਹਿਕਮਾ ਹੀ ਹੈ। ਉਹ ਕੀ ਚੈੱਕ ਕਰਦੇ ਸੀ? ਜੇ ਚੈੱਕ ਨਹੀਂ ਕਰਦੇ, ਹਰ 5-7-10 ਸਾਲਾਂ ਬਾਅਦ ਇੱਦਾਂ ਦੀ ਇੱਕ ਅੱਧੀ ਘਟਨਾ ਵਾਪਰ ਜਾਵੇ ਜੀ, ਬਾਹਰੋਂ ਸਾਰੀ ਦੁਨੀਆ ਨੂੰ ਕਹਿੰਦੇ ਆ ਕਿ ਟੂਰਿਜ਼ਮ ਵਾਸਤੇ ਭਾਰਤ ਵਿੱਚ ਆਓ। ਭਾਰਤ ਵਿੱਚ ਲੋਕ ਆਉਣਗੇ ਕਿਉਂ ਜੇ ਉਹਨਾਂ ਨੂੰ ਇਸ ਗੱਲ ਦੀ ਗਰੰਟੀ ਨਹੀਂ ਕਿ ਅਸੀਂ ਰੱਸੇ ਵਾਲੀ ਟਰਾਲੀ ਤੇ ਚੜ੍ਹੇ ਤੇ ਥੱਲੇ ਉਤਰਨਾ ਵੀ ਆ ਕਿ ਨਹੀਂ। ਬਿਹਤਰ ਇਹ ਆ ਕਿ ਰਾਜ ਸਰਕਾਰ ਹੋਵੇ ਜਾਂ ਕੇਂਦਰ ਦੀ ਸਰਕਾਰ ਹੋਵੇ, ਜਿਹਦੀ ਵੀ ਜੁਰਿਸਡਿਕਸ਼ਨ ਆ, ਜਿਹਦਾ ਵੀ ਇਹ ਅਧਿਕਾਰ ਖੇਤਰ ਆ, ਉਹ ਇਹਨਾਂ ਮਾਮਲਿਆਂ ਦੇ ਵਿੱਚ ਅੱਗੇ ਤੋਂ ਚੌਕਸੀ ਵਿਖਾਉਣ। ਇਹੋ ਜਿਹੀਆਂ ਘਟਨਾਵਾਂ ਤੋਂ ਸਬਕ ਸਿੱਖਣੇ ਚਾਹੀਦੇ ਆ। ਜੋ 2 ਵਾਰ ਵਾਪਰ ਗਿਆ, ਹੁਣ ਇਸ ਤੋਂ ਬਾਅਦ ਤੀਸਰੀ ਵਾਰੀ ਉਹ ਬਿਲਕੁਲ ਨਹੀਂ ਵਾਪਰਨਾ ਚਾਹੀਦਾ। ਇਹਨਾਂ ਘਟਨਾਵਾਂ ਤੋਂ ਸਬਕ ਸਿੱਖ ਕੇ ਚੌਕਸੀ ਦੇ, ਸੁਰੱਖਿਆ ਦੇ ਪ੍ਰਬੰਧ ਇਸ ਤਰ੍ਹਾਂ ਕਰਨੇ ਚਾਹੀਦੇ ਆ ਕਿ ਯੂਅਰ ਸੇਫਟੀ ਆਵਰ ਪ੍ਰਾਇੋਰਟੀ। ਬਿਲਕੁਲ ਪੰਨੂ ਸਾਹਿਬ, ਇਹ ਗੱਲ ਬਿਲਕੁਲ ਠੀਕ ਹੈ, ਕਿਉਂਕਿ ਸੁਰੱਖਿਆ ਦੇ ਪ੍ਰਬੰਧ ਤਾਂ ਕਰਨੇ ਚਾਹੀਦੇ ਆ। ਪੰਨੂ ਸਾਹਿਬ, ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ, ਤੁਸੀਂ ਖਬਰਾਂ ਦੀ ਚਰਚਾ ਕੀਤੀ, ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ। ਸੋ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਜੇਕਰ ਤੁਹਾਡਾ ਕੋਈ ਸੁਝਾਅ ਹੁੰਦਾ ਤਾਂ ਜਰੂਰ ਕਮੈਂਟ ਕਰਕੇ ਦੱਸਿਆ ਕਰੋ, ਕੋਸ਼ਿਸ਼ ਕਰਾਂਗੇ ਕਿ ਉਹਦੇ ਤੇ ਵੀ ਚਰਚਾ ਕੀਤੀ ਜਾਵੇ। ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।